ਇੱਕ ਓਮਕਾਰ ਸਤਿਗੁਰ ਪ੍ਰਸਾਦ। ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ। ਅਥ ਮਾਤਾ ਮਿਲਣ। ਹੁਣ ਮਾਤਾ ਮਿਲਣ ਦਾ ਕਥਨ। ਰਸਾਵਲ ਛੰਦ। ਸੁਨੇ ਰਾਮ ਆਏ। ਜਦੋਂ ਅਯੋਧਿਆ ਨਿਵਾਸੀਆਂ ਨੇ ਸੁਣਿਆ, ਸਭੈ ਲੋਕ ਤਾਏ ਕਿ ਸ਼੍ਰੀ ਰਾਮ ਆਏ ਹਨ, ਲਗੇ ਆਨ ਪਾਇਨ। ਸਾਰੇ ਲੋਕ ਦੀਦਾਰ ਲਈ ਭੱਜ ਪਏ। ਮਿਲੇ ਰਾਮ ਰਾਇਨ। ਆ ਕੇ ਉਹਨਾਂ ਦੇ ਪੈਰੀ ਪਏ। ਰਾਜਾ ਰਾਮ ਵੀ ਸਭ ਨੂੰ ਮਿਲੇ। ਕੋ ਚੋਰ ਡਾਰੇ। ਸ਼੍ਰੀ ਰਾਮ ਨੂੰ ਆ ਕੇ ਕੋਈ ਚੋਰ ਕਰਦਾ ਹੈ। ਕੋ ਪਾਨ ਖੁਆਰੇ। ਕੋਈ ਪਾਨ ਖਵਾਉਂਦਾ ਹੈ। ਪਰੇ ਮਾਤ ਪਾਇਨ। ਸ਼੍ਰੀ ਰਾਮ ਜਾ ਕੇ ਮਾਤਾ ਦੀ ਚਰਨੀ ਲੱਗੇ। ਲਏ ਕੰਠ ਲਾਇਨ। ਮਾਤਾ ਨੇ ਗਲ ਨਾਲ ਲਾ ਲਿਆ। ਮਿਲੇ ਕੰਠ ਰੋਵੈ। ਗਲ ਮਿਲ ਕੇ ਦੋਵੇਂ ਮਾਤਾ ਅਤੇ ਪੁੱਤਰ ਰੋਂਦੇ ਹਨ। ਮਨੋ ਸੋਕ ਧੋਵੈ। ਮਾਨੋ ਮਨ ਦਾ ਸ਼ੋਕ ਧੋ ਰਹੇ ਹੋਣ। ਮਨੋ ਸੋਕ ਧੋਵੈ। ਮਾਨੋ ਮਨ ਦਾ ਸ਼ੋਕ ਧੋ ਰਹੇ ਹੋਣ। ਕਰੇ ਬੀਰ ਬਾਤੈ। ਫਿਰ ਯੁੱਧ ਵੀਰ ਸ਼੍ਰੀ ਰਾਮ ਗੱਲਾਂ ਕਰਨ ਲੱਗੇ। ਸੁਣੇ ਸਰਬ ਮਾਤੈ। ਜਿਨ੍ਹਾਂ ਸਾਰਿਆਂ ਨੂੰ ਮਾਤਾ ਸੁਣਨ ਲੱਗੀ। ਮਿਲੇ ਲਛਮਾਤਨ। ਫਿਰ ਲਛਮਣ ਦੀ ਮਾਤਾ ਨੂੰ ਮਿਲੇ। ਪਰੇ ਪਾਏ ਪ੍ਰਾਤਨ। ਦੋਵੇਂ ਭਰਾ ਉਸ ਦੇ ਪੈਰੀ ਪੈ ਗਏ। ਕਰਿਓ ਦਾਨ ਏ ਤੋਂ। ਸੁਮਿਤਰਾ ਨੇ ਇਤਨਾ ਦਾਨ ਕੀਤਾ। ਗਨੇ ਕੌਣ ਕੇ ਤੋਂ, ਕਿ ਉਸਨੂੰ ਕੌਣ ਗਿਣੇ ਕਿ ਕਿੰਨਾ ਕੁ ਸੀ। ਮਿਲੇ ਭਰਤ ਮਾਤਨ। ਫਿਰ ਭਰਤ ਦੀ ਮਾਤਾ ਕੈਕਈ ਨੂੰ ਮਿਲੇ। ਕਹੀ ਸਰਬ ਬਾਤਨ। ਅਤੇ ਸਾਰੀਆਂ ਗੱਲਾਂ ਉਸਨੂੰ ਦੱਸੀਆਂ ਅਤੇ ਕਿਹਾ, ਤਨਨ ਮਾਤ ਤੋ ਕੋ। ਹੇ ਮਾਤਾ, ਤੇਰਾ ਧੰਨਵਾਦ ਹੈ। ਅਰਣੀ ਕੀਨ ਮੋਕੋ, ਕਿ ਤੂੰ ਮੈਨੂੰ ਪਿਤਾ ਦੇ ਰਿਣ ਤੋਂ ਮੁਕਤ ਕੀਤਾ ਹੈ। ਕਹਾਂ ਦੋਸ ਤੇਰੈ। ਇਸ ਵਿੱਚ ਤੇਰਾ ਕੀ ਦੋਸ਼ ਹੈ। ਲਿਖੀ ਲੇਖ ਮੇਰੈ। ਮੇਰੇ ਭਾਗਾਂ ਵਿੱਚ ਅਜਿਹੀ ਗੱਲ ਲਿਖੀ ਸੀ। ਹੁਣੀ ਹੋ ਸੁ ਹੋਈ। ਜੋ ਹੋਣੀ ਸੀ ਉਹੀ ਹੋਈ ਹੈ। ਕਹੇ ਕੌਣ ਕੋਈ। ਇਸ ਵਿੱਚ ਕੋਈ ਕੀ ਕਹਿ ਸਕਦਾ ਹੈ। ਕਰੋ ਬੋਧ ਮਾਤਨ। ਕੈਕਈ ਮਾਤਾ ਨੂੰ ਇਸ ਤਰ੍ਹਾਂ ਦਾ ਗਿਆਨ ਉਪਦੇਸ਼ ਦੇ ਕੇ ਮਿਲਿਓ ਫੇਰ ਪ੍ਰਾਤਨ। ਫਿਰ ਭਰਾ ਨੂੰ ਮਿਲੇ। ਸੁਨਿਓ ਭਰਤ ਤਾਏ। ਭਰਤ ਸੁਣਦਿਆਂ ਹੀ ਦੌੜ ਕੇ ਆਇਆ। ਪਗਨ ਸੀਸ ਲਾਏ। ਅਤੇ ਸ਼੍ਰੀ ਰਾਮ ਦੇ ਚਰਨਾਂ ਉੱਤੇ ਸਿਰ ਰੱਖ ਦਿੱਤਾ। ਪਰੇ ਰਾਮ ਅੰਕਨ। ਸ਼੍ਰੀ ਰਾਮ ਨੇ ਉਸ ਭਰਤ ਨੂੰ ਜੱਫੀ ਵਿੱਚ ਲੈ ਲਿਆ। ਮਿਟੀ ਸਰਬ ਸੰਕਨ। ਅਤੇ ਭਰਤ ਦੇ ਮਨ ਦੀ ਸਾਰੀ ਸ਼ੰਕਾ ਖਤਮ ਹੋ ਗਈ। ਮਿਲਿਅਨ ਸਤਰ ਹੰਤਾ। ਇੰਨੇ ਨੂੰ ਸ਼ਤਰੂਘਨ ਆਣ ਮਿਲਿਆ। ਸਰਨ ਸ਼ਾਸਤਰ ਗੰਤਾ। ਜੋ ਸ਼੍ਰੇਸ਼ਟ ਸ਼ਾਸਤਰਾਂ ਦਾ ਗਿਆਤਾ ਸੀ। ਜਟਨ ਤੂਰ ਚਾਰੀ। ਸ਼ਤਰੂਘਨ ਯੋਧੇ ਨੇ ਆਪਣੀਆਂ ਜਟਾਂ ਨਾਲ ਪਗਨ ਰਾਮ ਰਾਰੀ। ਸ਼੍ਰੀ ਰਾਮ ਦੇ ਚਰਨਾਂ ਦੀ ਧੂੜ ਨੂੰ ਝਾੜਿਆ। ਕਰੀ ਰਾਜ ਅਰਚਾ। ਫਿਰ ਰਾਜਿਆਂ ਨੇ ਰਾਮ ਦੀ ਪੂਜਾ ਕੀਤੀ। ਦਿਜਨ ਵੇਦ ਚਰਚਾ। ਬਾਅਦ ਵਿੱਚ ਬ੍ਰਾਹਮਣਾਂ ਨੇ ਵੇਦ ਪਾਠ ਕੀਤਾ। ਕਰੇ ਗੀਤ ਗਾਨਨ। ਸਾਰੇ ਖੁਸ਼ੀ ਦੇ ਗੀਤ ਗਾਉਂਦੇ ਹਨ।
ਪਰੇ ਵੀਰ ਮਾਨਨ, ਸਾਰੇ ਵੀਰ ਸੂਰਮਤਾਏ ਦੇ ਮਾਣ ਨਾਲ ਭਰੇ ਹੋਏ ਹਨ। ਸਾਰੇ ਵੀਰ ਸੂਰਮਤਾਈ ਦੇ ਮਾਣ ਨਾਲ ਭਰੇ ਹੋਏ ਹਨ। ਦਿਯਨ ਰਾਮ ਰਾਜਨ, ਫਿਰ ਰਾਮ ਜੀ ਨੂੰ ਰਾਜ ਦਿੱਤਾ ਗਿਆ। ਸਰੇ ਸਰਬ ਕਾਜਨ, ਅਤੇ ਸਾਰੇ ਕਾਰਜ ਪੂਰੇ ਹੋ ਗਏ। ਬੁਲੇ ਬਿਪਲੀ ਨੇ, ਫਿਰ ਬ੍ਰਾਹਮਣ ਬੁਲਾ ਲਏ। ਸ਼ਰਤੋਚਾਰ ਕੀ ਨੇ, ਜਿਨ੍ਹਾਂ ਨੇ ਵੇਦਾਂ ਦਾ ਪਾਠ ਕੀਤਾ। ਪਏ ਰਾਮ ਰਾਜਾ, ਇਸ ਤਰ੍ਹਾਂ ਜਦ ਸ਼੍ਰੀ ਰਾਮ ਜੀ ਰਾਜਾ ਹੋਏ। ਬਜੇ ਜੀਤ ਬਾਜਾ, ਜਾਂ ਤਾਂ ਜਿੱਤ ਦੇ ਵਾਜੇ ਵੱਜਣ ਲੱਗੇ। ਭੁਜੰਗ ਪ੍ਰਿਆਛੰਦ। ਚਹੋਂ ਚੱਕ ਕੇ ਛਤਰਧਾਰੀ ਬੁਲਾਏ, ਚੌਹਾਂ ਪਾਸਿਆਂ ਤੋਂ ਛਤਰਧਾਰੀ ਰਾਜੇ ਬੁਲਾ ਲਏ। ਤਰੇ ਅਤਰ ਨੀ ਕੇ ਪੁਰੀ ਔਧ ਆਏ, ਜੋ ਉੱਤਮ ਅਸਤਰ ਧਾਰਨ ਕਰਕੇ ਅਯੋਧਿਆਪੁਰੀ ਵਿੱਚ ਆਏ। ਗਹੇ ਰਾਮ ਪਾਇਨ ਪਰਮ ਪ੍ਰੀਤ ਕਹਿ ਕੇ, ਉਹਨਾਂ ਨੇ ਵੱਡੀ ਪ੍ਰੀਤ ਕਰਕੇ ਸ਼੍ਰੀ ਰਾਮ ਦੇ ਚਰਨ ਫੜ ਲਏ। ਮਿਲੇ ਚਤਰ ਦੇਸੀ ਬੜੀ ਭੇਟ ਦੇ ਕੇ, ਚੌਹਾਂ ਦਿਸ਼ਾਵਾਂ ਦੇ ਰਾਜੇ ਵੱਡੀਆਂ ਭੇਟਾਂ ਦੇ ਕੇ ਸ਼੍ਰੀ ਰਾਮ ਨੂੰ ਮਿਲੇ। ਦਏ ਚੀਨ ਮਾਚੀਨ ਚੀਨੰਤ ਦੇਸਨ, ਰਾਜਿਆਂ ਨੇ ਚੀਨ ਮਚੀਨ ਦੇਸ਼ ਦੀਆਂ ਸੁਗਾਤਾਂ ਦਿੱਤੀਆਂ। ਮਹਾ ਸੁੰਦਰੀ ਚੇਰਕਾ ਚਾਰ ਕੇ ਸਨ, ਜਿਨ੍ਹਾਂ ਵਿੱਚ ਸੋਹਣੇ ਕੇਸਾਂ ਵਾਲੀਆਂ ਅਤੀ ਸੁੰਦਰ ਦਾਸੀਆਂ ਵੀ ਸਨ। ਮਨਨ ਮਾਨਕਨ ਹੀਰ ਚੀਰਨ ਅਨੇਕਨ, ਅਨੇਕਾਂ ਮਣੀਆਂ ਮਾਣਕ ਹੀਰੇ ਤੇ ਕੱਪੜੇ ਸਨ। ਕੀਏ ਖੇਜ ਪਈਏ ਕਹੂੰ ਏਕ ਏਕਨ, ਜੇ ਖੋਜ ਕੀਤੀ ਜਾਵੇ ਤਾਂ ਉਹਨਾਂ ਕਿਤੇ ਕੋਈ ਇੱਕ ਇੱਕ ਹੀ ਮਿਲ ਸਕਦੀ ਹੈ। ਮਨਨ ਮੁਤਯਨ ਮਾਨਕਨ ਬਾਜ ਰਾਜਨ, ਕਿਸੇ ਨੇ ਮਣੀਆਂ ਮੋਤੀ ਮਾਣਕ ਸ਼੍ਰੇਸ਼ਟ ਘੋੜੇ। ਦਏ ਦੰਤ ਪੰਤੀ ਸਜੇ ਸਰਬ ਸਾਜਨ, ਅਤੇ ਸਾਰੇ ਸਾਜ਼ੋ ਸਾਮਾਨ ਨਾਲ ਸਜੇ ਹੋਏ। ਰਥਨ ਬੇਸਟਨ ਹੀਰ ਚੀਰਨ ਅਨੰਤਨ, ਹਾਥੀਆਂ ਦੀਆਂ ਕਤਾਰਾਂ ਦਿੱਤੀਆਂ ਸਨ। ਕਿਸੇ ਨੇ ਹੀਰਿਆਂ ਨਾਲ ਜੜੇ ਬਸਤਰ ਅਤੇ ਅਨੰਤ ਰਥ ਦਿੱਤੇ। ਮਨਨ ਮਾਨਕਨ ਬੱਧ ਰਦਨ ਦੁਰੰਤਨ, ਜਿਨ੍ਹਾਂ ਨਾਲ ਮਣੀ ਅਤੇ ਮਾਣਕਾਂ ਦੇ ਅਮੋਲਕ ਗੁੱਛੇ ਬੰਨੇ ਹੋਏ ਸਨ। ਕਿਤੇ ਸਵੇਤ ਐਰਾਵੰਤਨ ਤੁਲ ਦੰਤੀ, ਕਿਤਨਿਆਂ ਨੇ ਸਫੇਦ ਐਰਾਵਤ ਵਰਗੇ ਹਾਥੀ ਦਿੱਤੇ। ਦਏ ਮੋਤਯਨ ਸਾਜ ਸੱਜੇ ਸੁਪੰਤੀ, ਜੋ ਮੋਤੀਆਂ ਦੀਆਂ ਲੜੀਆਂ ਦੀ ਸਜਾਵਟ ਨਾਲ ਸੁਸੱਜਿਤ ਸਨ। ਕਿਤੇ ਬਾਜ ਰਾਜਨ ਜਰੀ ਜੀਨ ਸੰਗਨ, ਕਿਤਨਿਆਂ ਨੇ ਜ਼ਰੀ ਦੀਆਂ ਜ਼ੀਨਾ ਸਹਿਤ ਸ਼੍ਰੇਸ਼ਟ ਘੋੜੇ ਦਿੱਤੇ। ਨਚੇ ਨਟ ਮਾਨੋ ਮਚੇ ਜੰਗ ਰੰਗਨ, ਜੋ ਨਟ ਵਾਂਗ ਨੱਚਦੇ ਸਨ ਮਾਨੋ ਯੁੱਧ ਦੇ ਰੰਗ ਵਿੱਚ ਮਚੇ ਹੋਏ ਹੋਣ। ਕਿਤੇ ਪੱਖਰੇ ਪੀਲ ਰਾਜਾ ਪ੍ਰਮਾਣਨ, ਕਿਤਨਿਆਂ ਨੇ ਰਾਜਸੀ ਫੱਬ ਵਾਲੇ ਪਾਖਰਾਂ ਸਮੇਤ ਹਾਥੀ। ਦੇ ਬਾਜ ਰਾਜੀ ਸਰਾਜੀ ਨਿਰਪਾਣਨ, ਅਤੇ ਕਈਆਂ ਰਾਜਿਆਂ ਨੇ ਸ਼ੀਰਾਜ਼ ਸ਼ਹਿਰ ਦੇ ਉੱਤਮ ਘੋੜੇ ਦਿੱਤੇ। ਦਈ ਰਕਤ ਨੀਲਨ ਮਣੀ ਰੰਗ ਰੰਗਨ, ਕਿਸੇ ਨੇ ਲਾਲ ਰੰਗ ਦੀਆਂ ਅਤੇ ਕਿਸੇ ਨੇ ਨੀਲੇ ਰੰਗ ਦੀਆਂ ਅਤੇ ਹੋਰ ਰੰਗ ਬਰੰਗੀਆਂ ਮਣੀਆਂ ਭੇਂਟ ਕੀਤੀਆਂ। ਲਖਿਓ ਰਾਮ ਕੋ ਅਤਰ ਤਾਰੀ ਅਪੰਗਨ, ਸਭ ਨੇ ਸ਼੍ਰੀ ਰਾਮ ਨੂੰ ਅਚੂਕ ਅਸਤਰਧਾਰੀ ਰੂਪ ਵਿੱਚ ਵੇਖਿਆ।
ਕਿਤੇ ਪਸਮ ਪਾਟੰਬਰਨ ਸਵਰਨ ਬਰਨਨ। ਕਿਤਨੇ ਹੀ ਸੁਨਹਿਰੀ ਰੰਗ ਦੇ ਪਸ਼ਮ ਅਤੇ ਰੇਸ਼ਮ ਦੇ ਵਸਤਰ ਮਿਲੇ ਪੇਟ ਲੈ ਪਾਤ ਪਾਤਨ ਅਪਰਨਨ, ਅਤੇ ਪਾਤ ਪਾਤ ਦੇ ਗਹਿਣੇ ਪੇਟਾਂ ਲੈ ਕੇ ਸ਼੍ਰੀ ਰਾਮ ਨੂੰ ਮਿਲੇ। ਕਿਤੇ ਪਰਮ ਪਾਟੰਬਰਨ ਪਾਨ ਤੇਜਨ। ਕਈਆਂ ਨੇ ਸੂਰਜ ਦੇ ਪ੍ਰਕਾਸ਼ ਵਰਗੇ ਚਮਕਦਾਰ ਅਤੇ ਬਹੁਤ ਉੱਤਮ ਰੇਸ਼ਮੀ ਕੱਪੜੇ ਦਈ ਸੀਤਾਮਨ ਸਭੋ ਭੋਜ ਭੋਜਨ, ਸੀਤਾ ਨੂੰ ਮਹਿਲ ਵਿੱਚ ਹੀ ਭੇਜ ਦਿੱਤੇ। ਕਿਤੇ ਪੂਖਣਨ ਪਾਨ ਤੇਜਨ ਅਨੰਤਨ। ਕਿਤਨਿਆਂ ਨੇ ਸੂਰਜ ਦੇ ਤੇਜ ਵਰਗੇ ਬੇਅੰਤ ਅਮੋਲਕ ਗਹਿਣੇ ਪਠੇ ਜਾਨ ਕੀ ਭੇਟ ਦੈ ਦੈ ਦੁਰੰਤਨ, ਸੀਤਾ ਜੀ ਨੂੰ ਭੇਟ ਦੇਣ ਲਈ ਭੇਜੇ। ਕਨੇ ਰਾਮ ਮਾਤਾਨ ਕੀ ਭੇਟ ਭੇਜੇ। ਰਾਮ ਦੀਆਂ ਮਾਤਾਵਾਂ ਦੀ ਭੇਟਾਂ ਲਈ ਵੀ ਬਹੁਤ ਗਹਿਣੇ ਭੇਜੇ। ਹਰੇ ਚਿੱਤ ਕੇ ਜਾਹ ਹੇਰੇ ਕਲੇਜੇ। ਜਿਨ੍ਹਾਂ ਨੂੰ ਦੇਖਦਿਆਂ ਹੀ ਚਿੱਤ ਹਰਿਆ ਜਾਂਦਾ ਹੈ। ਕਮਨ ਚੱਕਰ ਚੱਕਰਨ ਫਿਰੀ ਰਾਮ ਦੋਹੀ। ਚੌਹਾਂ ਚੱਕਾਂ ਵਿੱਚ ਰਾਮ ਨੇ ਦੁਹਾਈ ਫਿਰ ਗਈ ਸੀ। ਚੌਹਾਂ ਚੱਕਾਂ ਵਿੱਚ ਰਾਮ ਦੀ ਦੁਹਾਈ ਫਿਰ ਗਈ ਸੀ। ਮਨੋ ਬਯੋਤ ਬਾਗੋ ਤੇ ਮਨ ਸਿਯ ਸੋਹੀ। ਸੀਤਾ ਵੀ ਇਸ ਤਰ੍ਹਾਂ ਸ਼ੋਭ ਰਹੀ ਸੀ ਮਾਨੋ ਵਿਉਂਤਿਆ ਹੋਇਆ ਬਾਗ ਹੋਵੇ। ਪਠੇ ਛਤਰ ਦੈ ਦੈ ਚਿਤਨ ਛੋਣ ਤਾਰੀ। ਸ਼੍ਰੀ ਰਾਮ ਨੇ ਉਹਨਾਂ ਸਾਰਿਆਂ ਰਾਜਿਆਂ ਨੂੰ ਛਤਰ ਪ੍ਰਦਾਨ ਕਰਕੇ ਵਾਪਿਸ ਕੀਤਾ। ਹਰੇ ਸਰਬ ਗਰਬਨ ਕਰੇ ਪੁਰਬ ਪਾਰੀ। ਸਭ ਦੇ ਅਹੰਕਾਰ ਖਤਮ ਕਰ ਦਿੱਤੇ ਗਏ ਅਤੇ ਵੱਡੇ ਜਸ਼ਨ ਮਨਾਏ ਗਏ। ਕਟਿਓ ਕਾਲ ਏਵਨ ਪਏ ਰਾਮ ਰਾਜਨ। ਇਸ ਤਰ੍ਹਾਂ ਸ਼੍ਰੀ ਰਾਮ ਰਾਜਾ ਬਣੇ ਅਤੇ ਕੁਝ ਸਮਾਂ ਬੀਤ ਗਿਆ। ਫਿਰੀ ਆਨ ਰਾਮਨ ਸਿਰਨ ਸਰਬ ਰਾਜਨ। ਸਾਰਿਆਂ ਰਾਜਿਆਂ ਦੇ ਸਿਰ ਉੱਤੇ ਸ਼੍ਰੀ ਰਾਮ ਦੀ ਮਰਿਆਦਾ ਸਥਾਪਿਤ ਹੋ ਗਈ। ਫਿਰਿਓ ਜੈਤ ਪੱਤਰਨ ਸਿਰਨ ਸੇਤ ਛਤਰਨ। ਵਿਜੇ ਪੱਤਰ ਦੇ ਚਿੰਨ੍ਹਾਂ ਵਜੋਂ ਸ਼੍ਰੀ ਰਾਮ ਦੇ ਸਿਰ ਉੱਤੇ ਚਿੱਟਾ ਛਤਰ ਝੂਲਣ ਲੱਗਿਆ। ਕਰੇ ਰਾਜ ਆਗਿਆ ਤਰੇ ਬੀਰ ਅਤਰਨ। ਸ਼੍ਰੀ ਰਾਮ ਦੀ ਆਗਿਆ ਸਾਰੇ ਸੂਰਮੇ ਸਿਰ ਮੱਥੇ ਮੰਨਣ ਲੱਗੇ। ਦਇਓ ਏਕ ਏਕਨ ਅਨੇਕਨ ਪ੍ਰਕਾਰਨ। ਇੱਕ ਇੱਕ ਨੂੰ ਸ਼੍ਰੀ ਰਾਮ ਨੇ ਅਨੇਕ ਪ੍ਰਕਾਰ ਦੇ ਖਿਲਤ ਸਿਰਪਾਓ ਦਿੱਤੇ। ਖਿਲਤ ਸਿਰੋਪਾਓ ਦਿੱਤੇ। ਲਖੇ ਸਰਬ ਲੋਕਨ ਸਹੀ ਰਾਵਣਨ। ਸਾਰਿਆਂ ਲੋਕਾਂ ਨੇ ਸ਼੍ਰੀ ਰਾਮ ਦੀ ਵਾਸਤਵਿਕਤਾ ਨੂੰ ਪਛਾਣ ਲਿਆ। ਸਹੀ ਬਿਸਨ ਦੇਵਾਰਦਨ ਦਰੋਹ ਹਰਤਾ। ਕਿ ਇਹੀ ਰਾਖਸ਼ਾਂ ਦੇ ਦਰੋਹ ਨੂੰ ਨਸ਼ਟ ਕਰਨ ਵਾਲੇ ਵਿਸ਼ਨੂੰ ਹਨ। ਲਖੇ ਸਰਬ ਲੋਕਨ ਸਹੀ ਰਾਵਣਾਰਨ। ਸਹੀ ਬਿਸਨ ਦੇਵਾਰਦਨ ਦਰੋਹ ਹਰਤਾ। ਸਾਰਿਆਂ ਲੋਕਾਂ ਨੇ ਸ਼੍ਰੀ ਰਾਮ ਦੀ ਵਾਸਤਵਿਕਤਾ ਨੂੰ ਪਛਾਣ ਲਿਆ ਕਿ ਇਹੀ ਰਾਖਸ਼ਾਂ ਦੇ ਦਰੋਹ ਨੂੰ ਨਸ਼ਟ ਕਰਨ ਵਾਲੇ ਵਿਸ਼ਨੂੰ ਹਨ। ਚਹੂ ਚੱਕ ਜਾਣਿਓ ਸਿਆਨਾਥ ਪਰਤਾ। ਚੌਹਾਂ ਚੱਕਾਂ ਵਿੱਚ ਸੀਤਾ ਦੇ ਸਵਾਮੀ ਵਜੋਂ ਜਾਣ ਲੱਗੇ ਗਏ। ਸਹੀ ਬਿਸਨ ਅਵਤਾਰ ਕੇ ਤਾਹੇ ਜਾਣਿਓ। ਸ਼੍ਰੀ ਰਾਮ ਨੂੰ ਵਿਸ਼ਨੂੰ ਦਾ ਸਹੀ ਅਵਤਾਰ ਕਰਕੇ ਜਾਣ ਲਿਆ। ਸਭੋ ਲੋਕ ਖਿਆਤਾ ਵਿਦਾਤਾ ਪਛਾਣਿਓ। ਅਤੇ ਸਾਰੇ ਲੋਕਾਂ ਨੇ ਸਥਾਪਿਤ ਵਿਧਾਤਾ ਵਜੋਂ ਪਛਾਣ ਲਿਆ। ਫਿਰੀ ਚਾਰ ਚੱਕਰਨ ਚਤੁਰ ਚੱਕਰ ਤਾਰਨ। ਇਹ ਗੱਲ ਚੌਹਾਂ ਦਿਸ਼ਾਵਾਂ ਵਿੱਚ ਫੈਲ ਗਈ। ਪਇਓ ਚੱਕਰਵਰਤੀ ਭੁਵਨ
ਰਾਵਣਾਰਨ ਕਿ ਸਾਰੇ ਜਗਤ ਨੂੰ ਧਾਰਨ ਕਰਨ ਵਾਲਾ ਚੱਕਰਵਰਤੀ ਸ਼੍ਰੀ ਰਾਮ ਧਰਤੀ ਉੱਤੇ ਪ੍ਰਗਟ ਹੋ ਗਿਆ ਹੈ। ਲਖਿਓ ਪਰਮ ਜੋਗਿੰਦਰਣੋ ਜੋਗ ਰੂਪਨ। ਸ਼੍ਰੀ ਰਾਮ ਨੂੰ ਵੱਡੇ ਵੱਡੇ ਯੋਗੀਆਂ ਨੇ ਯੋਗ ਰੂਪ ਕਰਕੇ ਜਾਣਿਆ ਹੈ। ਮਹਾਦੇਵ ਦੇਵਨ ਲਖਿਓ ਭੂਪ ਭੂਪਨ ਅਤੇ ਦੇਵਤਿਆਂ ਨੇ ਸਭ ਤੋਂ ਵੱਡਾ ਦੇਵਤਾ ਅਤੇ ਰਾਜਿਆਂ ਨੇ ਸ਼੍ਰੇਸ਼ਟ ਰਾਜਾ ਕਰਕੇ ਪਛਾਣਿਆ ਹੈ। ਮਹਾਸਤਰ ਸਤਰਨ ਮਹਾਸਾਧ ਸਾਧਨ। ਵੈਰੀਆਂ ਨੇ ਵੱਡਾ ਵੈਰੀ ਅਤੇ ਸਾਧਾਂ ਨੇ ਮਹਾਨ ਸਾਧ ਕਰਕੇ ਜਾਣਿਆ ਹੈ। ਮਹਾਰੂਪ ਰੂਪਨ ਲਖਿਓ ਬਿਆਦ ਬਾਦਨ। ਰੂਪਾਂ ਨੇ ਉੱਤਮ ਰੂਪ ਅਤੇ ਰੋਗਾਂ ਨੇ ਵੱਡਾ ਰੋਗ ਕਰਕੇ ਸਮਝਿਆ ਹੈ। ਤ੍ਰਿਯਨ ਦੇਵ ਤੁਲਨ ਨਰਨ ਨਾਰ ਨਾਹਨ। ਇਸਤਰੀਆਂ ਨੇ ਦੇਵਤਾ ਸਮਾਨ ਅਤੇ ਮਰਦਾਂ ਨੇ ਰਾਜਾ ਰੂਪ ਕਰਕੇ ਜਾਣਿਆ ਹੈ। ਮਹਾਜੋਧ ਜੋਧਨ ਮਹਾਬਾਹ ਬਾਹਨ। ਯੋਧਿਆਂ ਨੇ ਵੱਡਾ ਯੋਧਾ ਰੂਪ ਅਤੇ ਬਹਾਦਰਾਂ ਨੇ ਵੱਡੇ ਬਹਾਦਰ ਕਰਕੇ ਮੰਨਿਆ ਹੈ। ਸ਼ਰੁਤਨ ਵੇਦ ਕਰਤਾ ਗਣਨ ਰੁਦਰ ਰੂਪਨ। ਵੇਦਾਂ ਨੇ ਵੇਦ ਕਰਤਾ ਯਾਨੀ ਕਿ ਬ੍ਰਹਮਾ ਕਰਕੇ ਅਤੇ ਗਣਾਂ ਨੇ ਰੁਦਰ ਰੂਪ ਵਜੋਂ ਮਾਨਿਆ ਹੈ। ਮਹਾਜੋਗ ਜੋਗਨ ਮਹਾਪੂਪ ਪੂਪਨ। ਯੋਗੀਆਂ ਨੇ ਵੱਡਾ ਯੋਗੀ ਅਤੇ ਰਾਜਿਆਂ ਨੇ ਵੱਡਾ ਰਾਜਾ ਰੂਪ ਕਰਕੇ ਜਾਣਿਆ ਹੈ। ਪਰਨ ਪਾਰਗੰਤਾ ਸਿਵਨ ਸਿੱਧ ਰੂਪਨ। ਮੁਕਤੀ ਨੇ ਮੁਕਤੀ ਸਵਰੂਪ ਅਤੇ ਸਿੱਧਾਂ ਨੇ ਸ਼ਿਵ ਰੂਪ ਮੰਨਿਆ ਹੈ। ਬੁੱਧਨ ਬੁੱਧ ਦਾਤਾ ਰਿਦਨ ਰਿੱਧ ਕੂਪਨ। ਬੁੱਧੀ ਨੇ ਬੁੱਧੀ ਦਾਤਾ ਅਤੇ ਰਿੱਧੀ ਨੇ ਰਿੱਧੀ ਦੇ ਖੂਹ ਰੂਪ ਕਰਕੇ ਜਾਣਿਆ ਹੈ। ਜਹਾਂ ਪਾਵ ਕੇ ਜੇਣ ਜੈਸੋ ਵਿਚਾਰੇ। ਜਿਸਨੇ ਜਿੱਥੇ ਵੀ ਜਿਸ ਤਰ੍ਹਾਂ ਦੇ ਭਾਵ ਕਰਕੇ ਵਿਚਾਰਿਆ ਹੈ। ਤਿਸੀ ਰੂਪ ਸੋ ਤੌਣ ਤੈਸੇ ਨਿਹਾਰੇ। ਉਸਨੇ ਉੱਥੇ ਉਸੇ ਹੀ ਰੂਪ ਵਾਲਾ ਵੇਖਿਆ ਹੈ ਸ਼੍ਰੀ ਰਾਮ ਨੂੰ। ਸਭੋ ਸ਼ਸਤਰਧਾਰੀ ਲਹੇ ਸ਼ਸਤਰਗੰਤਾ। ਸਾਰੇ ਸ਼ਸਤਰਧਾਰੀਆਂ ਨੇ ਸ਼ਸਤਰਾਂ ਦਾ ਗਿਆਤਾ ਕਰਕੇ ਜਾਣਿਆ ਹੈ। ਦੁਰੇ ਦੇਵ ਦਰੋਹੀ ਲਖੇ ਪ੍ਰਾਣ ਹੰਤਾ। ਨੀਚ ਦੇਵ ਦਰੋਹੀਆਂ ਰਾਖਸ਼ਾਂ ਨੇ ਸ਼੍ਰੀ ਰਾਮ ਨੂੰ ਆਪਣੇ ਪ੍ਰਾਣਾਂ ਦਾ ਨਾਸ ਕਰਤਾ ਸਮਝਿਆ ਹੈ। ਜਿਸੀ ਭਾਵ ਸੋ ਜੌਨ ਜੈਸੇ ਵਿਚਾਰੇ। ਜਿਸ ਭਾਵ ਨਾਲ ਜਿਸ ਤਰ੍ਹਾਂ ਦਾ ਸ਼੍ਰੀ ਰਾਮ ਨੂੰ ਵਿਚਾਰਿਆ ਹੈ। ਤਿਸੀ ਰੰਗ ਕੇ ਕਾਚ ਕਾਛੇ ਨਿਹਾਰੇ। ਉਸਨੇ ਉਹਨਾਂ ਨੂੰ ਉਸੇ ਰੰਗ ਦੇ ਰੂਪ ਵਿੱਚ ਸਜਿਆ ਹੋਇਆ ਵੇਖਿਆ ਹੈ। ਅਨੰਤ ਤੁਕਾ ਭੁਜੰਗ ਪ੍ਰਿਆਤ ਛੰਦ। ਕਿਤੋਂ ਕਾਲ ਬੀਤਿਓ ਪਇਓ ਰਾਮ ਰਾਜਨ। ਸ਼੍ਰੀ ਰਾਮ ਦੇ ਰਾਜਾ ਹੋਇਆਂ ਕੁਝ ਕੁ ਵਕਤ ਗੁਜ਼ਰ ਗਿਆ। ਸਭੇ ਸਤਰ ਜੀਤੇ ਮਹਾਜੁੱਧ ਮਾਲੀ। ਵੱਡੇ ਵੱਡੇ ਯੁੱਧ ਵਿਜੇਤਾ ਸਾਰੇ ਵੈਰੀਆਂ ਨੂੰ ਵੀ ਜਿੱਤ ਲਿਆ। ਫਿਰਿਓ ਚੱਕਰ ਚਾਰੋ ਦਿਸ਼ਾ ਮੱਧ ਰਾਮਨ। ਚੌਹਾਂ ਦਿਸ਼ਾਵਾਂ ਵਿੱਚ ਰਾਮ ਦਾ ਆਗਿਆ ਚੱਕਰ ਫਿਰ ਗਿਆ। ਪਇਓ ਨਾਮ ਤਾਤੇ ਮਹਾ ਚੱਕਰਵਰਤੀ। ਇਸ ਕਰਕੇ ਸ਼੍ਰੀ ਰਾਮ ਦਾ ਨਾਮ ਵੱਡਾ ਚੱਕਰਵਰਤੀ ਹੋ ਗਿਆ। ਭੁਜੰਗ ਪ੍ਰਿਆਤ ਛੰਦ। ਸਭੇ ਬਿਪ ਆਗਸਤ ਤੇ ਆਦ ਲੈ ਕੇ। ਸਾਰੇ ਬ੍ਰਾਹਮਣ ਅਗਤ ਸੇ ਆਦਿ ਤੋਂ ਲੈ ਕੇ ਪ੍ਰਿਗਨ ਅੰਗੂਰਾ ਬਿਆਸ ਤੇ ਲੈ ਬਿਸੀ ਸੰਟਨ।
ਭਿਗੂ, ਅੰਗਰਾ, ਵਿਆਸ, ਵਸ਼ਿਸ਼ਟ, ਬਿਸਵਾਮਿਤਰ ਔਂ ਬਾਲਮੀਕਨ ਸੁਅੰਤਰਨ। ਵਿਸ਼ਵਾਮਿਤਰ, ਵਾਲਮੀਕੀ, ਅਤਰੀ, ਦੁਰਵਾਸਾ ਸਭੇ ਕਸਪ ਤੇ ਆਦ ਲੈ ਕੇ। ਦੁਰਵਾਸਾ ਅਤੇ ਕਸ਼ਯਪ ਆਦਿ ਸਾਰੇ ਸ਼੍ਰੀ ਰਾਮ ਪਾਸ ਆਏ। ਜਬੇ ਰਾਮ ਦੇਖੇ ਸਭੇ ਬਿਬ ਆਏ। ਜਬੇ ਰਾਮ ਦੇਖੇ ਸਭੇ ਬਿਪ ਆਏ। ਜਦੋਂ ਸ਼੍ਰੀ ਰਾਮ ਨੇ ਵੇਖਿਆ ਕਿ ਸਾਰੇ ਬ੍ਰਾਹਮਣ ਆ ਗਏ ਹਨ। ਪਰਿਓ ਤਾਏ ਪਾਇਨ ਸਿਆਨਾਥ ਜਗਤਨ। ਤਾਂ ਸੀਤਾ ਜੀ ਅਤੇ ਜਗਤਨਾਥ ਸ਼੍ਰੀ ਰਾਮ ਚੰਦਰ ਭੱਜ ਕੇ ਉਹਨਾਂ ਦੇ ਪੈਰੀ ਪਏ। ਦਇਓ ਆਸਨਨ ਅਰਘ ਪਾਦ ਰਘੁ ਤੇਣਨ। ਫਿਰ ਸ਼੍ਰੀ ਰਾਮ ਨੇ ਉਹਨਾਂ ਨੂੰ ਬੈਠਣ ਲਈ ਆਸਣ ਦੇ ਕੇ ਚਰਨਾਮ੍ਰਿਤ ਲਿਆ। ਦਈ ਆਸਿੰਖਨ ਮੌਨ ਨੇਸਨ ਪ੍ਰਸੰਨਯਨ। ਤਾਂ ਮਹਾਮੁਨੀਆਂ ਨੇ ਪ੍ਰਸੰਨ ਹੋ ਕੇ ਆਸ਼ੀਰਵਾਦ ਦਿੱਤਾ। ਪਈ ਰਿਖ ਰਾਮਨ ਬੜੀ ਗਿਆਨ ਚਰਚਾ। ਸ਼੍ਰੀ ਰਾਮ ਅਤੇ ਰਿਸ਼ੀਆਂ ਵਿੱਚ ਵੱਡੀ ਗਿਆਨ ਚਰਚਾ ਹੋਈ। ਕਹੋ ਸਰਬ ਜਉ ਪੈ ਬੜੇ ਏਕ ਗ੍ਰੰਥਾ। ਜੇਕਰ ਉਹ ਸਾਰੀ ਕਹਾਂ ਤਾਂ ਇੱਕ ਵੱਖਰਾ ਵੱਡਾ ਗ੍ਰੰਥ ਬਣ ਜਾਏਗਾ। ਬਿਦਾ ਬਿਪਰ ਕੀਨੇ ਕਨੀ ਦਛਨਾ ਦੈ। ਫਿਰ ਬਹੁਤ ਸਾਰੀ ਦਕਸ਼ਨਾ ਦੇ ਕੇ ਸਾਰਿਆਂ ਬ੍ਰਾਹਮਣਾਂ ਨੂੰ ਵਿਦਾ ਕੀਤਾ। ਚਲੇ ਦੇਸ ਦੇਸਨ ਮਹਾ ਚਿੱਤ ਹਰਖਨ। ਉਹ ਬਹੁਤ ਪ੍ਰਸੰਨ ਚਿੱਤ ਨਾਲ ਦੇਸਾਂ ਪ੍ਰਦੇਸ਼ਾਂ ਵੱਲ ਚਲੇ ਗਏ। ਇਹੀ ਬੀਚ ਆਇਓ ਮ੍ਰਿਤਨ ਸੂਨ ਬਿਪਨ। ਇਸੇ ਸਮੇਂ ਵਿੱਚ ਇੱਕ ਬ੍ਰਾਹਮਣ ਆਇਆ ਜਿਸ ਦਾ ਪੁੱਤਰ ਮਰ ਚੁੱਕਿਆ ਸੀ। ਜਿਏ ਬਾਲ ਆਜੇ ਨਹੀਂ ਤੋਹ ਸਰਾਪਨ। ਉਸਨੇ ਆ ਕੇ ਕਿਹਾ ਕਿ ਹੇ ਰਾਮ, ਜਾਂ ਤਾਂ ਮੇਰਾ ਬਾਲਕ ਅੱਜ ਹੀ ਜੀ ਪਏ, ਨਹੀਂ ਤਾਂ ਮੈਂ ਤੈਨੂੰ ਸ਼ਰਾਪ ਦਿੰਦਾ ਹਾਂ। ਸਭੇ ਰਾਮ ਜਾਨੀ ਚਿਤਨ ਤਾਹਿ ਬਾਤਾ। ਕਿਉਂਕਿ ਤੇਰੇ ਦੇਸ਼ ਕਰਕੇ ਹੀ ਮਾਪਿਆਂ ਦੇ ਹੁੰਦਿਆਂ ਪੁੱਤਰ ਮਰਨ ਲੱਗ ਪਏ ਹਨ। ਰਾਮ ਨੇ ਉਸ ਦੀ ਸਾਰੀ ਗੱਲ ਚਿੱਤ ਵਿੱਚ ਜਾਣ ਲਈ। ਸਭੇ ਰਾਮ ਜਾਨੀ ਚਿਤਨ ਤਾਹਿ ਬਾਤਾ। ਕਿਉਂਕਿ ਬ੍ਰਾਹਮਣ ਨੇ ਕਿਹਾ, ਕਿਉਂਕਿ ਤੇਰੇ ਦੋਸ਼ ਕਰਕੇ ਹੀ ਮਾਪਿਆਂ ਦੇ ਹੁੰਦਿਆਂ ਪੁੱਤਰ ਮਰਨ ਲੱਗ ਪਏ ਹਨ। ਰਾਮ ਨੇ ਉਸ ਦੀ ਸਾਰੀ ਗੱਲ ਚਿੱਤ ਵਿੱਚ ਜਾਣ ਲਈ। ਦਿਸਨ ਬਾਰਣੀ ਤੇ ਵਿਬਾਣਨ ਹਕਾਰਿਓ। ਅਤੇ ਪੱਛਮ ਦਿਸ਼ਾ ਤੋਂ ਵਿਮਾਨ ਮੰਗਵਾ ਲਿਆ। ਹੁਤੋ ਏਕ ਸੁਦਰਨ ਦਿਸਾ ਉੱਤਰ ਮਦਨ। ਕਾਰਨ ਇਹ ਸੀ ਕਿ ਉੱਤਰ ਦਿਸ਼ਾ ਵਿੱਚ ਇੱਕ ਸ਼ੂਦਰ ਰਹਿੰਦਾ ਸੀ। ਚੁਲੇ ਕੂਪ ਮਦਨ ਪਰਿਓ ਔਧ ਮੁਖਨ। ਜੋ ਮੁੱਦੇ ਮੂੰਹ ਖੂਹ ਵਿੱਚ ਲਟਕਿਆ ਹੋਇਆ ਸੀ। ਮਹਾ ਉਗਰ ਤੇ ਜਾਪ ਪਸਤਿਆਤ ਉਗਰਨ। ਉਹ ਮਹਾਨ ਤੇਜ ਵਾਲਾ ਬਹੁਤ ਭਾਰੀ ਤਪੱਸਿਆ ਕਰ ਰਿਹਾ ਸੀ। ਹਨਿਓ ਤਾਹਿ ਰਾਮਨ ਅਸਨ ਆਪ ਹੱਥਨ। ਸ਼੍ਰੀ ਰਾਮ ਨੇ ਆਪਣੇ ਹੱਥੀ ਤਲਵਾਰ ਨਾਲ ਉਸ ਨੂੰ ਮਾਰ ਦਿੱਤਾ। ਜਿਉ ਬ੍ਰਹਮ ਪੁੱਤਰਨ ਹਰਿਓ ਬ੍ਰਹਮ ਸੋਗਨ। ਸ਼ੂਦਰ ਦੇ ਮਰਦਿਆਂ ਹੀ ਬ੍ਰਾਹਮਣ ਦਾ ਪੁੱਤਰ ਜੀ ਪਿਆ ਅਤੇ ਬ੍ਰਾਹਮਣ ਦਾ ਸੋਗ ਖਤਮ ਹੋ ਗਿਆ। ਬੜੀ ਕੀਰਤ ਰਾਮਨ ਚਤੁਰ ਕੁੰਟ ਮਦਨ। ਫਲਸਵਰੂਪ ਸ਼੍ਰੀ ਰਾਮ ਦਾ ਯਸ਼ ਚੌਹਾਂ ਕੁੰਟਾਂ ਵਿੱਚ ਵਧ ਗਿਆ। ਕਰਿਓ 10 ਸਹਸਰ ਲੋ ਰਾਜ ਔਦਨ। 10,000 ਵਰ੍ਹੇ ਤੱਕ ਅਯੋਧਿਆ ਉੱਤੇ ਸ਼੍ਰੀ ਰਾਮ ਨੇ ਰਾਜ ਕੀਤਾ।
ਫਿਰੀ ਚੱਕਰ ਚਾਰੋ ਵਿਖੇ ਰਾਮ ਦੋਹੀ, ਅਤੇ ਚੌਹਾਂ ਦਿਸ਼ਾਵਾਂ ਵਿੱਚ ਸ਼੍ਰੀ ਰਾਮ ਦੀ ਦੁਹਾਈ ਫਿਰ ਗਈ। ਜਣੇ ਦੇਸ ਦੇਸਨ ਨਰੇਸਨ ਤਰਾਮਨ, ਦੇਸ਼ਾਂ ਦੇਸ਼ਾਂ ਦੇ ਰਾਜੇ ਰਾਮ ਨੇ ਜਿੱਤ ਲਏ। ਮਹਾਜੁੱਧ ਜੇਤਾ ਤੇ ਹੁਣ ਲੋਕ ਜਾਣਿਓ, ਤਿੰਨਾਂ ਲੋਕਾਂ ਵਿੱਚ ਜਾਣ ਲਿਆ ਗਿਆ ਕਿ ਸ਼੍ਰੀ ਰਾਮ ਮਹਾਨ ਯੁੱਧ ਵਿਜੇਤਾ ਹਨ। ਦਇਓ ਮੰਤਰੀ ਅਤਰਨ ਮਹਾਪ੍ਰਾਤ ਪਰਤਨ, ਉਹਨਾਂ ਨੇ ਆਪਣੇ ਭਰਾ ਭਰਤ ਨੂੰ ਮੁੱਖ ਮੰਤਰੀ ਦੀ ਪਦਵੀ ਦਿੱਤੀ। ਕਿਉ ਸੈਨ ਨਾਤਨ ਸੁਮਿਤਰਾ ਕੁਮਾਰਨ, ਅਤੇ ਲਕਸ਼ਮਣ ਨੂੰ ਸੈਨਾਪਤੀ ਦੇ ਰੂਪ ਵਿੱਚ ਸਥਾਪਿਤ ਕਰ ਦਿੱਤਾ। ਮ੍ਰਿਤਗਤ ਛੰਦ। ਸੁਮਤ ਮਹਾਰਿਖ ਰਘੁਬਰ, ਸ਼੍ਰੀ ਰਾਮ ਉੱਤਮ ਬੁੱਧੀ ਵਾਲੇ ਮਹਾਰਿਸ਼ੀ ਸਨ। ਦੁਦੰਬ ਬਾਜਤ ਦਰ ਦਰ, ਉਹਨਾਂ ਦੇ ਪ੍ਰਤਾਪ ਦੀ ਦੁਦੰਬੀ ਦੁਆਰ ਦੁਆਰ ਉੱਤੇ ਵੱਜ ਰਹੀ ਸੀ। ਜਗ ਕੀਅਸ ਤੁਨ ਕਰ ਕਰ, ਜਗਤ ਦੇ ਘਰ ਘਰ ਵਿੱਚ ਅਤੇ ਦੇਵਲੋਕ ਵਿੱਚ ਪੂਰ ਰਹੀ ਧੁਨ ਸੁਰਪੁਰ, ਉਹਨਾਂ ਦੇ ਯਸ਼ ਦੀ ਧੁਨ ਪਰ ਰਹੀ ਸੀ। ਸੁਡਰ ਮਹਾ ਰਘੁਨੰਦਨ, ਸ਼੍ਰੀ ਰਾਮ ਦੀ ਡੀਲ ਡੌਲ ਬਹੁਤ ਸੁੰਦਰ ਹੈ। ਸ਼੍ਰੀ ਰਾਮ ਦੀ ਡੀਲ ਡੌਲ ਬਹੁਤ ਸੁੰਦਰ ਹੈ। ਜਗਪਤ ਮੁਨ ਗਨ ਬੰਦਨ, ਰਾਜੇ ਅਤੇ ਮੁਨੀ ਉਹਨਾਂ ਨੂੰ ਬੰਦਨਾ ਕਰਦੇ ਹਨ। ਤਰ ਤਰ ਲੌ ਨਰ ਚੀਨੇ, ਪਹਾੜ ਤੱਕ ਸਭ ਦੇ ਆਸਰੇ ਵਜੋਂ ਸ਼੍ਰੀ ਰਾਮ ਨੂੰ ਮਨੁੱਖਾਂ ਨੇ ਜਾਣਿਆ ਹੈ। ਸੁਖ ਦੈ ਦੁੱਖ ਬਿਨ ਕੀਨੇ, ਜਿਨ੍ਹਾਂ ਨੇ ਪ੍ਰਜਾ ਨੂੰ ਸੁਖ ਦੇ ਕੇ ਦੁੱਖਾਂ ਤੋਂ ਰਹਿਤ ਕਰ ਦਿੱਤਾ। ਅਰ ਹਰ ਨਰ ਕਰ ਜਾਣੇ, ਸ਼੍ਰੀ ਰਾਮ ਨੂੰ ਪੁਰਸ਼ਾਂ ਨੇ ਵੈਰੀਆਂ ਦਾ ਨਾਸ਼ ਕਰਤਾ ਕਰਕੇ ਜਾਣਿਆ ਹੈ। ਦੁੱਖ ਹਰ ਸੁਖ ਕਰ ਮਾਨੇ, ਅਤੇ ਦੁੱਖ ਮਿਟਾ ਕੇ ਸੁਖ ਕਰਨ ਵਾਲਾ ਮੰਨਿਆ ਹੈ। ਪੁਰ ਤਰ ਨਰ ਬਰਸੇ ਹੈ, ਪੁਰ ਤਰ ਨਰ ਬਰਸੇ ਹੈ, ਅਯੋਧਿਆਪੁਰੀ ਦੇ ਆਸਰਾ ਰੂਪ ਸ਼੍ਰੀ ਰਾਮ ਦੇ ਭਲੇ ਪੁਰਸ਼ ਸੇਵਾ ਕਰਦੇ ਹਨ। ਅਯੋਧਿਆਪੁਰੀ ਦੇ ਆਸਰਾ ਰੂਪ ਸ਼੍ਰੀ ਰਾਮ ਦੀ ਭਲੇ ਪੁਰਸ਼ ਸੇਵਾ ਕਰਦੇ ਹਨ। ਰੂਪ ਅਨੂਪ ਅਭੇ ਹੈ, ਕਿਉਂਕਿ ਉਹ ਅਨੁਪਮ ਅਤੇ ਨਿਡਰ ਹਨ। ਅਨਕਾ ਛੰਦ। ਪ੍ਰਭੂ ਹੈ, ਸ਼੍ਰੀ ਰਾਮ ਸਭ ਦੇ ਸੁਆਮੀ ਹਨ। ਅਜੂ ਹੈ, ਜੂਨਾਂ ਤੋਂ ਰਹਿਤ ਹਨ। ਅਜੇ ਹੈ, ਜਿੱਤੇ ਨਹੀਂ ਜਾਂਦੇ। ਅਭੇ ਹੈ, ਡਰਦੇ ਨਹੀਂ ਹਨ। ਅਜਾ ਹੈ, ਅਜਨਮੇ ਹਨ। ਅਤਾ ਹੈ, ਪਰਮ ਪੁਰਸ਼ ਹਨ। ਅਲੇ ਹੈ, ਸਾਰਾ ਜਗਤ ਹਨ। ਅਜੇ ਹੈ, ਨਾ ਜਿੱਤੇ ਜਾ ਸਕਣ ਵਾਲੇ ਪਾਰ ਬ੍ਰਹਮ ਹਨ। ਭੁਜੰਗ ਪ੍ਰਿਆ ਛੰਦ। ਬੁਲਿਓ ਚਤਰ ਪ੍ਰਾਤਨ ਸੁਮਿਤਰਾ ਕੁਮਾਰਨ, ਸ਼੍ਰੀ ਰਾਮ ਨੇ ਆਪਣੇ ਚੌਥੇ ਭਰਾ ਸੁਮਿਤਰਾ ਦੇ ਛੋਟੇ ਪੁੱਤਰ ਸ਼ਤਰੁਘਨ ਨੂੰ ਬੁਲਾਇਆ। ਕਰਿਓ ਮਾਥੁਰੇਸਨ ਤਿਸੇ ਰਾਵਣਾਰਨ, ਅਤੇ ਉਸ ਨੂੰ ਮਥੁਰਾ ਦਾ ਰਾਜਾ ਬਣਾ ਦਿੱਤਾ। ਤਹਾਂ ਏਕ ਦੈਤਨ ਰਵਨ ਉਗਰ ਤੇਜਨ, ਉੱਥੇ ਇੱਕ ਭਿਆਨਕ ਤੇਜ ਵਾਲਾ ਲਵਣ ਨਾਂ ਵਾਲਾ ਦੈਤਯ ਹੁੰਦਾ ਸੀ। ਦਇਓ ਤਾਹੇ ਅਪਨ ਸਿਵਨ ਸੂਲ ਭੇਜਨ, ਉਸਨੂੰ ਸ਼ਿਵ ਨੇ ਆਪਣਾ ਤ੍ਰਿਸ਼ੂਲ ਦੇ ਕੇ ਭੇਜਿਆ ਸੀ। ਪਠਿਓ ਤੀਰ ਮੰਤਰਨ
ਦਿਓ ਏਕ ਰਾਮਨ। ਯੁੱਧ ਦੇ ਵਿਜੇਤਾ ਅਤੇ ਧਰਮ ਦੇ ਘਰ ਸ਼੍ਰੀ ਰਾਮ ਨੇ ਇੱਕ ਮੰਤਰਿਆ ਹੋਇਆ ਤੀਰ ਹੱਥ ਵਿੱਚ ਦੇ ਕੇ ਮਹਾਯੁੱਧ ਮਾਲੀ ਮਹਾਧਰਮ ਤਾਮਨ ਸ਼ਤਰੂਘਨ ਨੂੰ ਭੇਜਿਆ ਅਤੇ ਇਹ ਵੀ ਸਮਝਾਇਆ ਕਿ ਸਿਵਨ ਸੂਲਹੀਣਨ ਜਵੇ ਸਤਰ ਜਾਣਿਓ। ਜਦੋਂ ਵੈਰੀ ਨੂੰ ਸ਼ਿਵ ਦੇ ਤ੍ਰਿਸ਼ੂਲ ਤੋਂ ਸਖਣਾ ਵੇਖੋ, ਤਬੇ ਸੰਗ ਤਾਕੇ ਮਹਾਯੁੱਧ ਠਾਣਿਓ, ਤਦੋਂ ਹੀ ਉਸ ਨਾਲ ਘੋਰ ਯੁੱਧ ਮਚਾ ਦਿਓ। ਲਇਓ ਮੰਤਰ ਤੀਰਨ ਚਲਿਓ ਨਿਆਏ ਸੀਸਨ। ਸ਼ਤਰੂਘਨ ਨੇ ਇਹ ਮੰਤਰਿਆ ਹੋਇਆ ਤੀਰ ਹੱਥ ਵਿੱਚ ਲਿਆ ਅਤੇ ਸਿਰ ਨਿਵਾ ਕੇ ਚੱਲ ਪਿਆ। ਤ੍ਰਿਪੁਰ ਯੁੱਧ ਜੇਤਾ ਚਲਿਓ ਜਾਣ ਈਸਨ। ਉਹ ਤੀਰ ਇਉਂ ਚਲਿਆ ਮਾਨੋ ਸ਼ਿਵ ਦਾ ਤ੍ਰਿਸ਼ੂਲ ਲਵਣ ਕੋਲੋਂ ਚਲਿਆ ਗਿਆ ਹੋਵੇ। ਲਖਿਓ ਸੂਲਹੀਣਨ ਰਿਪਨ ਜੌਣ ਕਾਲਨ। ਜਿਸ ਵੇਲੇ ਵੈਰੀ ਨੂੰ ਸ਼ਿਵ ਦੇ ਤ੍ਰਿਸ਼ੂਲ ਤੋਂ ਹੀਣ ਜਾਣਿਆ, ਤਬੇ ਕੋਪ ਮੰਡਿਓ ਰਣਨ ਬਿਕਰਾਲਨ। ਉਸੇ ਵੇਲੇ ਸ਼ਤਰੂਘਨ ਨੇ ਕ੍ਰੋਧ ਨਾਲ ਭਿਆਨਕ ਯੁੱਧ ਕਰਨਾ ਸ਼ੁਰੂ ਕਰ ਦਿੱਤਾ। ਭਜੇ ਕਾਇ ਖਾਇਨ ਅਗਿਆਯੰਤ ਸੂਰਨ। ਬਹੁਤ ਜ਼ਖਮ ਖਾ ਕੇ ਸੂਰਮੇ ਭੱਜ ਗਏ ਸਨ। ਹਸੇ ਕੰਕ ਬੰਕਨ ਕੁਮੀ ਗੈਣ ਹੂਰਨ। ਭਿਆਨਕ ਕਾਂ ਪ੍ਰਸੰਨ ਸਨ ਅਤੇ ਆਕਾਸ਼ ਵਿੱਚ ਹੂਰਾਂ ਫਿਰਦੀਆਂ ਸਨ। ਉਠੇ ਟੋਪ ਟੁੱਕਨ ਕਮਾਣਨ ਪ੍ਰਹਾਰੇ। ਕਮਾਨਾਂ ਵਿੱਚੋਂ ਤੀਰਾਂ ਦੀ ਮਾਰ ਨਾਲ ਟੋਪਾਂ ਦੇ ਟੋਟੇ ਹੋ ਕੇ ਉੱਡਦੇ ਹਨ। ਰਣਨ ਰੋਸ ਰੱਜੇ ਮਹਾਂ ਛਤਰਤਾਰੇ। ਵੱਡੇ ਛਤਰਤਾਰੀ ਰਾਜੇ ਕ੍ਰੋਧ ਕਰਕੇ ਰਣ ਵਿੱਚ ਗੱਜ ਰਹੇ ਸਨ। ਫਿਰਿਓ ਅਪ ਦਇਤਨ ਮਹਾਂ ਰੋਸ ਕਹਿ ਕੇ। ਬਹੁਤ ਅਧਿਕ ਰੋਸ ਕਰਕੇ ਯੁੱਧ ਵਿੱਚ ਲਵਣ ਦੈਂਤ ਆਪ ਫਿਰ ਰਿਹਾ ਹੈ। ਹਣੇ ਰਾਮ ਪ੍ਰਾਤਨ ਵਹੇ ਬਾਣ ਲੈ ਕੇ। ਸ਼ਤਰੂਘਨ ਨੇ ਉਹੀ ਬਾਣ ਲੈ ਕੇ ਮਾਰਿਆ। ਰਿਪਨ ਨਾਸ ਹੇਤਨ ਦਿਓ ਰਾਮ ਅੱਪਨ। ਜੋ ਸ਼੍ਰੀ ਰਾਮ ਨੇ ਖੁਦ ਵੈਰੀ ਨੂੰ ਮਾਰਨ ਵਾਸਤੇ ਦਿੱਤਾ ਸੀ। ਹਣਿਓ ਤਾਹਿ ਸੀਸਨ ਦੁਰਗਾ ਜਾਪ ਜਪਨ। ਸ਼ਤਰੂਘਨ ਨੇ ਦੁਰਗਾ ਦਾ ਜਾਪ ਜਪ ਕੇ ਤੀਰ ਉਸਦੇ ਸਿਰ ਵਿੱਚ ਮਾਰ ਦਿੱਤਾ। ਗਿਰਿਓ ਚੂਮ ਪੂਮਨ ਅਘੂਮਯੋ ਅਰ ਕਾਇਨ। ਤੀਰ ਨਾਲ ਫੱਟੜ ਹੋ ਕੇ ਘੁਮੇਰੀ ਖਾਂਦਾ ਹੋਇਆ ਧਰਤੀ ਉੱਤੇ ਡਿੱਗ ਪਿਆ। ਹਣਿਓ ਸਤਰ ਹੰਤਾ ਤਿਸੈ ਚਉਪ ਚਾਇਨ। ਸ਼ਤਰੂਘਨ ਨੇ ਉਸ ਨੂੰ ਬੜੇ ਚਾਅ ਨਾਲ ਮਾਰ ਦਿੱਤਾ। ਗਰਣ ਦੇਵ ਹਰਖੇ ਪ੍ਰਭ ਰਖੰਤ ਫੂਲਨ। ਦੇਵਤਿਆਂ ਦੇ ਦਲ ਪ੍ਰਸੰਨ ਹੋ ਗਏ ਅਤੇ ਫੁੱਲਾਂ ਦੀ ਵਰਖਾ ਕਰਨ ਲੱਗੇ। ਹਤਿਓ ਦੈਤ ਦ੍ਰੋਹੀ ਮਿਟਿਓ ਸਰਬ ਸੂਲਨ। ਕਿਉਂਕਿ ਦ੍ਰੋਹੀ ਦੈਤ ਮਾਰਿਆ ਗਿਆ ਤਾਂ ਸਾਰੇ ਦੁੱਖ ਮਿਟ ਗਏ। ਲਵਨ ਨਾ ਸੁਰਯਨ ਲਵਨ ਕੀਨ ਨਾਸਨ। ਲਵਣ ਦੈਂਤ ਨੂੰ ਸ਼ਤਰੂਘਨ ਨੇ ਛਿਣ ਵਿੱਚ ਮਾਰ ਦਿੱਤਾ। ਸਭੇ ਸੰਤ ਹਰਕੇ ਰਿਪਨ ਪੇ ਉਦਾਸਨ। ਸਾਰੇ ਸੰਤ ਪ੍ਰਸੰਨ ਹੋ ਗਏ ਤੇ ਵੈਰੀ ਦੁਖੀ ਹੋ ਗਏ। ਭਜੇ ਪ੍ਰਾਨ ਲੈ ਲੈ ਤਜਿਓ ਨਗਰ ਬਾਸਨ। ਦੈਤੇ ਪ੍ਰਾਣ ਲੈ ਕੇ ਭੱਜ ਗਏ ਅਤੇ ਉਹਨਾਂ ਨੇ ਸ਼ਹਿਰ ਦਾ ਨਿਵਾਸ ਛੱਡ ਦਿੱਤਾ। ਕਰਿਓ ਮਾਥੁਰੇਸਨ ਪੁਰੀਵਾ ਨਵਾਸਨ। ਮਥੁਰਾ ਦੇ ਰਾਜੇ ਸ਼ਤਰੂਘਨ ਨੇ
ਮਥੁਰਾ ਵਿੱਚ ਨਿਵਾਸ ਕੀਤਾ। ਪਇਓ ਮਾਥੁਰੇਸਨ ਲਵਨਾਸਰ ਹੰਤਾ। ਸ਼ਤਰੂਘਨ ਮਥੁਰਾ ਦਾ ਰਾਜਾ ਹੋਇਆ। ਸਭੈ ਸ਼ਸਤਰਗਾਮੀ ਸੁਭਨ ਸ਼ਸਤਰਗੰਤਾ। ਜੋ ਸਾਰੇ ਸ਼ਸਤਰ ਚਲਾਉਣ ਵਾਲਾ ਤੇ ਸ਼ੁਭ ਸ਼ਾਸਤਰਾਂ ਨੂੰ ਜਾਣਨ ਵਾਲਾ ਹੈ। ਪਏ ਦੁਸ਼ਟ ਦੂਰਨ ਕਰੂਰਨ ਸੁਠਾਮਨ। ਉਸ ਸਥਾਨ ਤੋਂ ਕਠੋਰ ਦੁਸ਼ਟ ਦੂਰ ਹੋ ਗਏ। ਕਰਿਓ ਰਾਜ ਤੈਸੋ ਜਿਮਨ ਅਉਧ ਰਾਮਨ। ਸ਼ਤਰੂਘਨ ਨੇ ਉੱਥੇ ਉਹੋ ਜਿਹਾ ਰਾਜ ਕੀਤਾ ਜਿਹੋ ਜਿਹਾ ਅਯੋਧਿਆ ਵਿੱਚ ਸ਼੍ਰੀ ਰਾਮ ਕਰਦੇ ਸਨ। ਕਰਿਓ ਦੁਸ਼ਟ ਨਾਸਨ ਪਪਾਤੰਤ ਸੂਰਨ। ਸੂਰਮਿਆਂ ਨੂੰ ਡਿਗਾਉਣ ਵਾਲੇ ਸ਼ਤਰੂਘਨ ਨੇ ਦੁਸ਼ਟ ਦਾ ਨਾਸ਼ ਕਰ ਦਿੱਤਾ। ਉਠੀ ਜੈ ਤੁਨਨ ਪੁਰ ਰਹੀ ਲੋਕ ਪੂਰਨ। ਫਲਸਵਰੂਪ ਜੈ ਦੀ ਧੁਨੀ ਉੱਠੀ ਜੋ ਤਿੰਨਾਂ ਲੋਕਾਂ ਵਿੱਚ ਪਸਰ ਰਹੀ ਹੈ। ਗਈ ਪਾਰ ਸਿਦਨ ਸੁਬਿੰਦਨ ਪ੍ਰਹਾਰਨ। ਅਤੇ ਬਿੰਧਿਆਚਲ ਤੋਂ ਪਾਰ ਸਮੁੰਦਰ ਤੱਕ ਚਲੀ ਗਈ ਹੈ। ਸੁਨਿਓ ਚੱਕਰ ਚਾਰਨ ਲਵਨ ਲਾਵਣਹਾਰਨ। ਚੌਹਾਂ ਚੱਕਾਂ ਵਿੱਚ ਸੁਣਿਆ ਗਿਆ ਕਿ ਸ਼ਤਰੂਘਨ ਨੇ ਲਵਣ ਨੂੰ ਮਾਰ ਦਿੱਤਾ ਹੈ।